ਸਤਿ ਸ਼੍ਰੀ ਅਕਾਲ ਦੋਸਤੋ। ਆਪਾਂ ਅਕਸਰ ਦਿੱਲੀ ਦੇ ਆਲੇ ਦੁਆਲੇ ਅੱਜ ਕੱਲ੍ਹ ਲੁਧਿਆਣੇ ਦੇ ਵੀ ਤਾਜਪੁਰ ਰੋਡ 'ਤੇ ਜੇ ਦੇਖੀਏ ਕੂੜੇ ਦੇ ਵੱਡੇ ਵੱਡੇ ਪਹਾੜ ਦੇਖਦੇ ਹਾਂ ਔਰ ਦਿਨੋਂ ਦਿਨ ਪਹਾੜ ਵੱਧਦੇ ਜਾਂਦੇ ਨੇ। ਕਿਉਂ ਕੂੜੇ ਦੇ ਪਹਾੜ ਆਪਣੇ ਸ਼ਹਿਰਾਂ 'ਚ ਵੱਧ ਰਹੇ ਨੇ? ਕਿਉਂ ਇੰਨਾ ਕੂੜਾ ਇਕੱਠਾ ਹੋ ਰਿਹਾ ਹੈ? ਕੀ ਇਸ ਵਾਸਤੇ ਸਰਕਾਰਾਂ ਜ਼ਿੰਮੇਵਾਰ ਨੇ ਜਾਂ ਕੀ ਇਸ ਵਾਸਤੇ ਬਾਕੀ ਇਨਫਰਾਸਟਰਕਚਰ ਦੀ ਕਮੀ ਹੈ? ਕਿਉਂ ਅਸੀਂ ਕੂੜੇ ਨੂੰ ਡਿਸਪੋਜ਼ ਆਫ ਨਹੀਂ ਕਰ ਸਕਦੇ? ਕਿਉਂ ਆਪਾਂ ਕੂੜੇ ਨੂੰ ਕਿਸੇ ਕੰਮ ਨਹੀਂ ਲਿਆ ਸਕਦੇ? ਬਹੁਤ ਸਾਰੇ ਕੰਟਰੀਆਂ ਵਿੱਚ ਦੇਖਿਆ ਵੀ ਜਿਹੜਾ ਕੂੜਾ ਹੈ ਉਹਨੂੰ ਇਕੱਠਾ ਕਰਕੇ ਉਹ ਤੋਂ ਬਾਇਓਗੈਸ ਵਗੈਰਾ ਹੋਰ ਚੀਜ਼ਾਂ ਬਣਾਈਆਂ ਜਾਂਦੀਆਂ ਨੇ। ਪਰਾਲੀ ਤੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਕੂੜਾ ਜੋ ਟਨਾਂ ਦੇ ਹਿਸਾਬ ਨਿਕਲਦਾ ਹੈ ਉਸ ਦੀ ਕੋਈ ਯੂਟਿਲਿਟੀ ਨਹੀਂ ਹੈ ਔਰ ਉਸ ਨੂੰ ਇਕੱਠਾ ਕਰਕੇ ਪਹਾੜ ਬਣਾਏ ਜਾ ਰਹੇ ਨੇ। ਇਹ ਪਹਾੜ ਇੰਡੀਆ 'ਚ ਹਰ ਸ਼ਹਿਰ 'ਚ ਬਣ ਰਹੇ ਨੇ, ਕਿਤੇ ਛੋਟਾ ਕਿਤੇ ਵੱਡਾ। ਪਰ ਬਾਹਰਲੇ ਕੰਟਰੀਆਂ 'ਚ ਕਿਉਂ ਨਹੀਂ? ਕਿਉਂ ਕੂੜੇ ਦੇ ਪਹਾੜ ਤੁਹਾਨੂੰ ਐਂਟਰੀ 'ਤੇ ਜਾਂ ਕਿਸੇ ਪਾਸੇ ਕਿਸੇ ਰੋਡ 'ਤੇ ਇਸ ਤਰ੍ਹਾਂ ਦੇ ਨਜ਼ਰ ਆਉਂਦੇ? ਕਿਉਂਕਿ ਸਭ ਤੋਂ ਵੱਡਾ ਫਰਕ ਜੋ ਹੈ ਉੱਥੇ ਕੂੜੇ ਦੀ ਸੈਗਰੀਗੇਸ਼ਨ ਹੁੰਦੀ ਹੈ। ਜੋ ਸੈਗਰੀਗੇਟ ਹੋ ਜਾਂਦਾ ਕੂੜਾ ਅਤੇ ਉਹਨੂੰ ਡਿਸਪੋਜ਼ ਆਫ ਕਰਨਾ ਸੌਖਾ ਹੁੰਦਾ। ਸਾਡੇ ਸਾਰਾ ਇਕੱਠਾ ਕਰਕੇ ਇੱਕੋ ਥੈਲੇ 'ਚ ਪਾ ਦਿੰਦੇ ਹਾਂ ਅਤੇ ਉਸ ਤੋਂ ਬਾਅਦ ਕੰਚ, ਡਿਸਪੋਜ਼ੇਬਲ, ਖਾਣ ਪੀਣ ਦਾ ਸਮਾਨ ਜੋ ਹੈ ਉਹਨੂੰ ਅਲੱਗ-ਅਲੱਗ ਕਰਨਾ ਪੋਸੀਬਲ ਨਹੀਂ ਹੁੰਦਾ ਔਰ ਇਹ 'ਚ ਸੜ ਵੀ ਜਾਂਦਾ, ਸਮੈਲ ਵੀ ਆਉਂਦੀ ਹੈ। ਹੁਣ ਅਸੀਂ ਦਿਖਾਉਂਦੇ ਹਾਂ ਤੁਹਾਨੂੰ ਇੱਥੇ ਸਿਸਟਮ ਹੈ। ਹਾਲਾਂਕਿ ਇਹ ਸਿਸਟਮ ਕੋਸ਼ਿਸ਼ਾਂ ਉੱਥੇ ਵੀ ਹੋਈਆਂ ਨੇ, ਵੱਡੇ ਸ਼ਹਿਰਾਂ 'ਚ ਹੋਈਆਂ ਨੇ, ਲੁਧਿਆਣੇ 'ਚ ਹੋਈਆਂ, A to Z ਨੇ ਕੋਸ਼ਿਸ਼ ਕੀਤੀ, ਪਰ ਇਸ ਤਰ੍ਹਾਂ ਦੇ ਡਰਮ ਵੀ ਰਖਵਾਏ ਪਰ ਨਾ ਲੋਕਾਂ ਨੇ ਸਾਥ ਦਿੱਤਾ ਨਾ ਸਰਕਾਰਾਂ ਨੇ। ਅਤੇ ਅਲਟੀਮੇਟਲੀ ਅਸੀਂ ਵਾਪਸ ਉਸੇ ਸਿਸਟਮ 'ਚ ਆ ਗਏ ਜਿੱਥੇ ਇੱਕ ਬੰਦਾ ਕੂੜਾ ਇਕੱਠਾ ਕਰਦਾ ਔਰ ਉਹ ਉਸ ਤੋਂ ਕੰਮ ਦਾ ਸਮਾਨ ਜੋ ਵੇਚ ਸਕਦਾ ਉਹ ਕੱਢ ਲੈਂਦਾ ਅਤੇ ਬਾਕੀ ਇੱਧਰ ਉੱਧਰ ਖਾਲੀ ਪਲਾਟਾਂ 'ਚ ਸਿੱਟ ਦਿੰਦਾ। ਇਹ ਕਲਚਰ ਉੱਥੇ ਚੱਲ ਵੀ ਰਿਹਾ ਹੈ। ਸਭ ਤੋਂ ਵੱਡੀ ਹੈ ਸਾਡੀ ਜਿਹੜੀ ਮੈਂਟਲ ਬਲੋਕ। ਅਸੀਂ ਚੇਂਜ ਨਹੀਂ ਹੋਣਾ। ਅਸੀਂ ਆਪਦਾ ਕੂੜਾ ਕਿਉਂ ਸੁੱਟ ਕੇ ਆਈਏ? ਸਾਡਾ ਕੂੜਾ ਤਾਂ ਬਾਈ ਸਿੱਟੂਗੀ, ਜਿੱਥੇ ਮਰਜ਼ੀ ਸਿੱਟਦੇ, ਖਾਲੀ ਪਲਾਟ 'ਚ ਸਿੱਟਦੇ, ਗੁਆਂਢੀਆਂ ਦੇ ਘਰੇ ਸਿੱਟਦੇ, ਸਾਨੂੰ ਚਿੰਤਾ ਨਹੀਂ ਹੈ। ਅਸੀਂ ਤਾਂ ਕੂੜੇ ਦੇ ਡਰਮ ਨੂੰ ਹੱਥ ਵੀ ਨਹੀਂ ਲਾਉਣਾ। ਫਿਰ ਇੱਥੇ ਕਿਵੇਂ ਹੁੰਦਾ? ਇੱਥੇ ਮੈਂ ਤੁਹਾਨੂੰ ਦਿਖਾਉਣਾ 3 ਤਰ੍ਹਾਂ ਦੇ ਡਰਮ ਤੁਹਾਨੂੰ ਹਰ ਘਰ ਵਿੱਚ ਮਿਲ ਜਾਣਗੇ ਅਮਰੀਕਾ, ਕੈਨੇਡਾ 'ਚ। ਔਰ ਇਹ ਡਰਮਾਂ ਦੇ ਪਹੀਏ ਲੱਗੇ ਨੇ। ਇੱਥੋਂ ਹੈਂਡਲ ਫੜ ਕੇ ਤੁਸੀਂ ਬਾਹਰ ਗੇਟ 'ਤੇ ਰੱਖ ਕੇ ਆਉਣਾ। ਹਫ਼ਤੇ 'ਚ ਇੱਕ ਵਾਰੀ ਮਸ਼ੀਨ ਆਉਣੀ ਹੈ, ਤੁਹਾਨੂੰ ਯਾਦ ਰੱਖਣਾ ਪੈਣਾ। ਉੱਥੇ ਰੱਖ ਦੇਣਾ ਅਤੇ ਮਸ਼ੀਨ ਨੇ ਇਹਨੂੰ ਮਸ਼ੀਨ ਨਾਲ ਹੀ ਚੱਕ ਕੇ ਇੱਦਾਂ ਆਪਦੇ ਬਿਨ 'ਚ ਸੁੱਟ ਲੈਣਾ। ਉਹਦੇ 'ਚ ਕਰਸ਼ਰ ਹੈ, ਉਹਨੂੰ ਕਰਸ਼ ਕਰ ਦੇਣਾ ਔਰ ਅਲੱਗ-ਅਲੱਗ ਤਰ੍ਹਾਂ ਦਾ ਕੂੜਾ ਜਿਹੜਾ ਅਲੱਗ-ਅਲੱਗ ਦਿਨ ਚੱਕਿਆ ਜਾਊਗਾ ਔਰ ਅਲੱਗ-ਅਲੱਗ ਤਰ੍ਹਾਂ ਡਿਸਪੋਜ਼ ਹੋਊਗਾ। ਰੀਸਾਈਕਲ 'ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਕਿ ਜਿਹੜੀਆਂ ਚੀਜ਼ਾਂ ਵਰਤੋਂ 'ਚ ਦੁਬਾਰਾ ਲਿਆਂਦੀਆਂ ਜਾ ਸਕਦੀਆਂ ਨੇ ਉਹਨਾਂ ਨੂੰ ਅਲੱਗ ਰੱਖਿਆ ਜਾਂਦਾ ਹੈ। ਸਭ ਤੋਂ ਪਹਿਲਾਂ ਗ੍ਰੀਨ ਹੈ। ਇਹ ਗ੍ਰੀਨ ਹੈ, ਇਹਦਾ ਢੱਕਣ ਹੈ, ਦੇਖੋ ਗ੍ਰੀਨ ਹੈ। ਇਹ ਔਰਗੈਨਿਕ ਓਨਲੀ, ਵੀ ਜਿਹੜਾ ਔਰਗੈਨਿਕ ਸਮਾਨ ਹੈ, ਜਿਸ ਤਰ੍ਹਾਂ ਆਪਣਾ ਘਾਹ ਫੂਸ, ਪੱਤੇ, ਟਾਹਣੀਆਂ, ਜੋ ਵੀ ਇਸ ਤਰ੍ਹਾਂ ਦਾ ਸਮਾਨ ਹੈ ਔਰਗੈਨਿਕ ਹੈ, ਉਹ ਤੁਸੀਂ ਇਸ ਬਿਨ 'ਚ ਪਾਉਣਾ ਹੈ। ਉਸ ਤੋਂ ਬਾਅਦ ਆ ਗਿਆ ਗਾਰਬੇਜ, ਜਿਹੜਾ ਕੂੜਾ ਕਟਰਾ ਕਿਚਨ ਦਾ ਹੋਰ ਸਭ ਕੁਛ ਹੈ ਉਹ ਤੁਸੀਂ ਇਸ 'ਚ ਪਾਉਣਾ ਹੈ। ਇਹ ਇੱਕ ਜੋ ਡਿਸਪੋਜ਼ੇਬਲ, ਰੀਸਾਈਕਲੇਬਲ, ਯਾਨੀ ਜੋ ਗੱਤਾ ਹੈ, ਬੋਤਲਾਂ ਨੇ, ਕੰਚ ਹੈ, ਇਹ ਚੀਜ਼ਾਂ ਰੀਸਾਈਕਲ ਹੋ ਕੇ ਦੁਬਾਰੇ ਵਰਤੀਆਂ ਜਾਂਦੀਆਂ ਨੇ, ਸਿੱਧੀਆਂ ਫੈਕਟਰੀਆਂ ਨੂੰ ਜਾਂਦੀਆਂ ਨੇ, ਕਰਸ਼ ਹੋ ਜਾਂਦੀਆਂ ਨੇ ਅਤੇ ਦੁਬਾਰਾ ਇਸ ਨੂੰ ਯੂਜ਼ 'ਚ ਲਿਆਂਦਾ। ਕਿਉਂਕਿ ਇਹ ਚੀਜ਼ਾਂ ਦੂਜਿਆਂ ਨਾਲੋਂ ਵੱਖਰੀਆਂ ਕਰਨੀਆਂ ਬਹੁਤ ਔਖੀਆਂ ਨੇ ਔਰ ਇਹ ਜ਼ਿਆਦਾਤਰ ਕੂੜਾ ਇਹਨਾਂ ਕਰਕੇ ਵੱਧਦਾ ਹੈ ਅਤੇ ਇਸੇ ਕਰਕੇ ਇਸ ਦੇ ਬਿਨ ਅਲੱਗ ਨੇ। ਇਸ 3 ਤਰ੍ਹਾਂ ਦੇ ਬਿਨ ਨੇ। ਚੌਥਾ ਇੱਕ ਯੈਲੋ ਵੀ ਹੁੰਦਾ, ਆਪਣੇ ਵੀ ਹੌਸਪੀਟਲਾਂ 'ਚ ਲੱਗਿਆ, ਹਜ਼ਾਰਡ ਵੇਸਟ ਦਾ, ਜਿਸ 'ਚ ਦਵਾਈਆਂ ਵਗੈਰਾ ਜੋ ਖਤਰਨਾਕ ਕਿਸਮ ਦੇ ਨੇ ਉਹ ਉਹਦੇ 'ਚ ਪਾਈਆਂ ਜਾਂਦੀਆਂ ਨੇ। ਹਾਲਾਂਕਿ ਬਹੁਤੇ ਹੌਸਪੀਟਲਾਂ ਨੇ ਬੜੀ ਕੋਸ਼ਿਸ਼ ਕੀਤੀ ਉਹ ਨਾ ਲਾਉਣ ਇਹੀਆਂ ਜਿਹੀਆਂ ਚੀਜ਼ਾਂ ਵਾਸਤੇ। ਪੋਲਿਊਸ਼ਨ ਕੰਟਰੋਲ ਬੋਰਡ ਨੇ ਵੀ ਬੜਾ ਜ਼ੋਰ ਲਾਇਆ, ਡਾਕਟਰਾਂ ਦੇ ਕੋਲੇ ਬਿਨ ਰਖਾਏ, ਪਰ ਇਕੱਲੇ ਡਾਕਟਰ, ਪੋਲਿਊਸ਼ਨ ਕੰਟਰੋਲ ਬੋਰਡ ਜਾਂ ਸਰਕਾਰ ਕੀ ਕਰੂਗੀ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਸੈਗਰੀਗੇਟ ਨਹੀਂ ਕਰਾਂਗੇ? ਜੇ ਅਸੀਂ ਇਹਨੂੰ ਇਕੱਠਾ ਕਰਕੇ ਇੱਕ 'ਚ ਪਾਵਾਂਗੇ, ਇਹ ਕਦੇ ਵੀ ਅਲੱਗ ਨਹੀਂ ਹੋ ਸਕੂਗਾ ਕਿਉਂਕਿ ਇਸ ਨੂੰ ਅਲੱਗ ਕਰਨ ਵਾਸਤੇ ਬਹੁਤ ਐਫਰਟ ਹੈ। ਹਾਂ, ਇਹਨੂੰ ਅਲੱਗ-ਅਲੱਗ ਹੋਏਗਾ, ਇਹਨੂੰ ਡਿਸਪੋਜ਼ਲ ਕਰਨਾ ਔਰ ਇਹ ਖਾਸ ਕਰ ਜਿਹੜਾ ਰੀਸਾਈਕਲ ਹੈ ਬਹੁਤ ਕੰਮ ਦੀ ਚੀਜ਼ ਹੈ। ਇਹ ਤੋਂ ਐਨਰਜੀ ਵੀ ਬਣਦੀ ਹੈ, ਬਿਜਲੀਆਂ ਦੇ ਪਲਾਂਟ ਵੀ ਚੱਲਦੇ ਨੇ ਅਤੇ ਆਹ ਗ੍ਰੀਨ ਹੈ, ਇਹ ਡਿਸਪੋਜ਼ ਆਫ ਹੋ ਜਾਂਦਾ, ਕਿਤੇ ਵੀ ਇਹਦੀ ਖਾਦ ਬਣ ਜਾਂਦੀ ਹੈ। ਅਤੇ ਆਪਾਂ ਜਿੱਥੇ ਵੀ ਸਰਕਾਰ ਇਹ ਇੰਪਲੀਮੈਂਟ ਕਰਨਾ ਚਾਹੁੰਦੀ ਹੈ ਸਿਸਟਮ, ਸਾਥ ਦਈਏ ਬਜਾਏ ਇਸ ਦੇ ਕੀ ਵਿਰੋਧ ਕਰਨ ਦੇ। ਇੱਕ ਦੂਜਾ ਜੋ ਕਮਿਊਨਿਟੀ ਵੀ ਇਸ ਦਾ ਜ਼ਿਆਦਾ ਇੱਕ ਵਿਰੋਧ ਕਰਦੀ ਹੈ, ਉਹਨਾਂ ਨੂੰ ਵੀ ਚਾਹੀਦਾ ਹੈ ਵੀ ਇਹ ਸਾਡੀ ਸਾਫ਼ ਸੁਥਰੀ ਇਨਵਾਇਰਮੈਂਟ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਇਸੇ ਨਾਲ ਬਿਮਾਰੀਆਂ ਫੈਲਦੀਆਂ ਨੇ। ਇਸੇ ਨਾਲ ਜੋ ਮੱਖੀਆਂ ਦਾ ਹੈ
जुगाड़ जो होर ज़्यादा ਵੱਧਦਾ है। तो इस करके बहुत जरूरी है भी असी भी कुछ सीखी, कुछ आदतां बदलीए, कुछ आपदा कूड़ा, क्योंकि जे इत्थे लोग पढ़े लिखे लोग ਕੰਮਕਾਰ ਵਾਲੇ ਜਿਹੜੇ ਵਧੀਆ ਵਧੀਆ ਤਨਖਾਹ 'ਤੇ ਲੱਗੇ ਨੇ ਉਹ ਆਪਦਾ ਕੂੜੇ ਦਾ ਬਿਨ ਬਾਹਰ ਰੱਖ ਸਕਦੇ ਨੇ ਤੇ ਅਸੀਂ ਕਿਉਂ ਨਹੀਂ ਰੱਖ ਸਕਦੇ। ਸਾਡਾ ਇਹ ਰਜਿਸਟੈਂਸ ਹੈ ਵੀ ਮੈਂ ਕੂੜੇ ਨੂੰ ਹੱਥ ਕਿਉਂ ਲਾਵਾਂ। ਕੰਮ ਕੋਈ ਬੁਰਾ ਨਹੀਂ ਹੈ। ਦੇਖੋ ਅਸੀਂ ਜੇ ਕਰਾਂਗੇ ਇਹ ਸਾਡਾ ਆਲਾ ਦੁਆਲਾ ਸਾਫ਼ ਹੋਏਗਾ, ਸਾਡਾ ਆਂਢ ਗੁਆਂਢ ਸਾਫ਼ ਹੋਏਗਾ, ਸਾਡੇ ਜਿਹੜੇ ਖਾਲੀ ਪਲਾਟ ਨੇ ਉਹ ਕੂੜੇ ਦੇ ਢੇਰ ਨਹੀਂ ਬਣਨਗੇ ਤੇ ਜੇ ਉਹ ਨਹੀਂ ਬਣਨਗੇ ਤੇ ਸਾਡੇ ਸ਼ਹਿਰਾਂ 'ਚ ਕੂੜੇ ਦੇ ਪਹਾੜ ਨਹੀਂ ਬਣਨਗੇ। ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਚੰਗੀ ਹੋਵੇ ਤੇ ਕਿਸੇ ਨੂੰ ਐਡਵਾਈਸ ਕਰੋ ਇਸ ਤਰ੍ਹਾਂ ਵੀ ਕੂੜੇ ਨੂੰ ਮਿਕਸਅਪ ਨਾ ਕਰੋ, ਅਲੱਗ-ਅਲੱਗ ਕਰੋ ਔਰ ਕੋਸ਼ਿਸ਼ ਕਰੋ ਵੀ ਆਪਾਂ ਕੁਛ ਨਾ ਕੁਛ ਆਦਤਾਂ 'ਚ ਸੁਧਾਰ ਕਰਕੇ ਕੂੜਾ ਸਿੱਟਣ ਨੂੰ ਇੱਕ ਹੈਬਿਟ ਬਣਾਈਏ, ਨਾ ਕਿ ਕੂੜਾ ਨਾਲ ਦੇ ਪਲਾਟ 'ਚ ਇਕੱਠਾ ਕਰਨ ਨੂੰ ਇੱਕ ਹੈਬਿਟ ਬਣਾਈਏ। ਦੇਖਣ ਲਈ ਬਹੁਤ ਬਹੁਤ ਧੰਨਵਾਦ।